ਸਿੱਖ ਪੰਥ ਵਿੱਚ ਕਰਾਮਾਤਾਂ। ਸਿੱਖੀ ਦੀ ਤਾਂ ਗੱਲ ਹੀ ਕਰਾਮਾਤ ਤੋਂ ਸ਼ੁਰੂ ਹੁੰਦੀ ਹੈ। ਕੋਈ ਵੀ ਮਨੁੱਖ ਗੁਰੂ ਦਾ ਸਿੱਖ ਇਹ ਤੁਕਾਂ ਸੁਣ ਕੇ ਬਣਦਾ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੇ, ਭਾਵ ਗੁਰੂ ਸਿੱਖ ਦਾ ਇਹ ਲੋਕ ਤੇ ਅਗਲਾ ਲੋਕ ਵੀ ਸਵਾਰ ਦੇਵੇਗਾ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ। ਜਿਹਨੇ ਗੁਰੂ ਨਾਨਕ ਜੀ ਦਾ ਦਰਸ਼ਨ ਕਰ ਲਿਆ, ਉਹਦਾ ਜਨਮ ਮਰਨ ਕੱਟਿਆ ਗਿਆ, ਉਹਦਾ ਆਵਾਜਾਵੀ ਦਾ ਚੱਕਰ ਵੀ ਮੁੱਕ ਗਿਆ। ਸਤਿਗੁਰ ਦਾਤਾ ਸਭਨਾ ਵਸਤੂ ਕਾ, ਸਤਿਗੁਰੂ ਸਾਰੀਆਂ ਚੀਜ਼ਾਂ ਦੇ ਸਕਦਾ ਹੈ ਅਤੇ ਦਿੰਦਾ ਹੈ। ਇਹ ਤੁਕਾਂ ਉਸ ਦੈਵੀ ਸ਼ਕਤੀ ਵਾਲੇ ਗੁਰੂ ਤੇ ਲਾਗੂ ਹੁੰਦੀਆਂ ਨੇ ਅਤੇ ਦੈਵੀ ਸ਼ਕਤੀ ਨਾਲ ਉਹ ਇਹ ਚੀਜ਼ਾਂ ਕਰਦਾ। ਕੋਈ ਵੀ ਸੰਸਾਰਿਕ ਮਨੁੱਖ ਅਤੇ ਸਾਰੇ ਵੱਡੇ ਤੋਂ ਵੱਡੇ ਵਿਗਿਆਨਕ ਮਿਲ ਕੇ ਵੀ ਮਨੁੱਖ ਦਾ ਇਹ ਲੋਕ ਤੇ ਅਗਲਾ ਲੋਕ ਨਹੀਂ ਸਵਾਰ ਸਕਦੇ। ਕਿਸੇ ਮਨੁੱਖ ਦਾ ਜਨਮ ਮਰਨ ਦਾ ਚੱਕਰ ਮਨੁੱਖ ਦਾ ਦਰਸ਼ਨ ਕੀਤਿਆਂ ਨਹੀਂ ਮਿਟ ਸਕਦਾ। ਉਹ ਸਿਰਫ ਤੇ ਸਿਰਫ ਦੈਵੀ ਸ਼ਕਤੀਆਂ ਵਾਲੇ ਗੁਰੂ ਦੇ ਦਰਸ਼ਨ ਕੀਤਿਆਂ ਹੀ ਮਿਟ ਸਕਦਾ ਹੈ। ਇਸੇ ਵਾਸਤੇ ਹੀ ਗੁਰਬਾਣੀ ਵਿੱਚ ਗੁਰੂ ਜੀ ਨੇ ਲਿਖਿਆ ਹੋਇਆ, ਕੰਠ ਲਾਏ ਔਗਣ ਸਭ ਮੇਟੇ, ਦਇਆਲ ਪੁਰਖ ਬਖਸ਼ੰਦ। ਗੁਰੂ ਨੇ ਗਲ ਨਾਲ ਲਾ ਕੇ ਸਿੱਖ ਦੇ ਸਾਰੇ ਔਗਣ ਕੱਟ ਦਿੱਤੇ। ਇਹ ਕੰਮ ਦੈਵੀ ਸ਼ਕਤੀਆਂ ਵਾਲਾ ਗੁਰੂ ਦੈਵੀ ਸ਼ਕਤੀ ਵਰਤ ਕੇ ਹੀ ਕਰ ਸਕਦਾ ਹੈ। ਦੈਵੀ ਸ਼ਕਤੀ ਭਾਵ ਕਰਾਮਾਤ ਤੋਂ ਬਿਨਾਂ ਗਲ ਨਾਲ ਲਾ ਕੇ ਕਿਸੇ ਦੇ ਔਗਣ ਨਹੀਂ ਦੂਰ ਹੋ ਸਕਦੇ। ਇਹ ਸਾਰੇ ਪ੍ਰਮਾਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਹਨ। ਅੱਜ ਦੇ ਪ੍ਰਚਾਰਕ ਤੇ ਅੱਜ ਦੇ ਵਿਦਵਾਨ ਜਿਨ੍ਹਾਂ ਕਥਾਵਾਂ ਨੂੰ ਮਿਥਿਹਾਸ ਕਹਿੰਦੇ ਨੇ, ਇਹ ਉਹ ਨਹੀਂ। ਇਹ ਗੁਰਬਾਣੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਤੁਕਾਂ ਦੀਆਂ ਮੈਂ ਦੱਸੀਆਂ ਨੇ। ਜੇ ਇਹ ਵੀ ਝੂਠ ਹੈ ਫਿਰ ਸੱਚ ਕੀ ਹੈ? ਸਿੱਖ ਪੰਥ ਵਿੱਚ ਕਰਾਮਾਤ ਦੀ ਮਹਾਨਤਾ ਜਿੰਨੀ ਗਿਣਤੀ ਕਰੋੜਾਂ ਵਿੱਚ ਗੁਰੂ ਨਾਨਕ ਨਾਮ ਲੇਵਾ ਜੀ ਦੀ ਵਧੀ, ਜਿੰਨੇ ਮਨੁੱਖਾਂ ਨੇ ਗੁਰੂ ਜੀ ਨੂੰ ਆਪਣਾ ਗੁਰੂ ਮੰਨਿਆ, ਗੁਰੂ ਜੀ ਤੇ ਸ਼ਰਧਾ ਲਿਆਂਦੀ, ਉਹਨਾਂ ਨੇ ਕੇਵਲ ਤੇ ਕੇਵਲ ਗੁਰੂ ਜੀ ਦੀਆਂ ਦੈਵੀ ਸ਼ਕਤੀਆਂ ਕਰਾਮਾਤਾਂ ਵੇਖ ਕੇ ਸੁਣ ਕੇ ਤਾਂ ਹੀ ਉਹਨਾਂ ਨੇ ਗੁਰੂ ਜੀ ਨੂੰ ਆਪਣਾ ਗੁਰੂ ਮੰਨਿਆ, ਗੁਰੂ ਜੀ ਤੇ ਸ਼ਰਧਾ ਲਿਆਂਦੀ। ਭਾਈ ਗੁਰਦਾਸ ਜੀ ਦੀ ਲਿਖੀ ਤੁਕ, ਅੱਖਰ ਅੱਖਰ ਸਾਚੇ, ਵਿੱਚ ਬਗਦਾਦ ਦੇ ਵੱਡੀ ਕਰਾਮਾਤ ਵਿਖਾਈ। ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ। ਨੌਵੇਂ ਪਾਤਸ਼ਾਹ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਹਿੰਦੂ ਸਨਾਤਨ ਧਰਮ ਦੀ ਰੱਖਿਆ ਵਾਸਤੇ ਆਪਣਾ ਸੀਸ ਦਿੱਤਾ। ਤਿਲਕ ਜਨੂ ਰਾਖਾ ਪ੍ਰਭ ਤਾਕਾ, ਕੀਨੋ ਬੜੋ ਕਲੂ ਮੈਂ ਸਾਕਾ। ਇਹ 10ਵੇਂ ਪਾਤਸ਼ਾਹ ਆਪਣੀ ਰਸਨਾ ਤੋਂ ਉਚਾਰਦੇ। ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਮੰਨਣ ਵਾਲੇ, ਉਹਨਾਂ ਉੱਤੇ ਸ਼ਰਧਾ ਰੱਖਣ ਵਾਲੇ ਹਰ ਸਿੱਖ ਨੂੰ ਸਤਿਗੁਰੂ ਜੀ ਦੇ ਪਾਏ ਪੂਰਨਿਆਂ ਉੱਤੇ ਚੱਲਣਾ ਚਾਹੀਦਾ ਹੈ। ਸਤਿਗੁਰੂ ਜੀ ਨੇ ਜਿਸ ਸਨਾਤਨ ਹਿੰਦੂ ਧਰਮ ਦੀ ਰੱਖਿਆ ਵਾਸਤੇ ਆਪਣਾ ਸੀਸ ਤੱਕ ਕੁਰਬਾਨ ਕਰ ਦਿੱਤਾ, ਕਿੰਨੇ ਕਸ਼ਟ ਝੱਲੇ, ਉਸ ਹਿੰਦੂ ਧਰਮ ਦਾ ਸਿੱਖਾਂ ਨੂੰ ਵਿਰੋਧ ਨਹੀਂ ਕਰਨਾ ਚਾਹੀਦਾ। ਕਿਉਂਕਿ ਜੇ ਅਸੀਂ ਉਸ ਹਿੰਦੂ ਧਰਮ ਦਾ ਵਿਰੋਧ ਕਰਦੇ ਹਾਂ ਤਾਂ ਇਸ ਦਾ ਮਤਲਬ ਹੈ ਕਿ ਅਸੀਂ ਆਪਣੇ ਗੁਰੂ ਜੀ ਦੇ ਪਾਏ ਪੂਰਨਿਆਂ ਅਤੇ ਆਦੇਸ਼ ਦੇ ਵਿਰੁੱਧ ਚੱਲਦੇ ਹਾਂ। ਗੁਰਬਾਣੀ ਵਿੱਚ ਸੱਚੇ ਪਾਤਸ਼ਾਹ ਜੀ ਦਾ ਆਦੇਸ਼ ਹੈ, ਵਵਾ ਵੈਰ ਨਾ ਕਰਿਓ ਕਾਹੂ, ਕਿਸੇ ਨਾਲ ਵੈਰ ਨਾ ਕਰੋ। ਇਸ ਕਰਕੇ ਵੀ ਸਾਨੂੰ ਹਿੰਦੂਆਂ ਦਾ ਵਿਰੋਧ ਨਹੀਂ ਕਰਨਾ ਚਾਹੀਦਾ। ਸਿੱਖਾਂ ਨੂੰ ਵਿਚਾਰਨ ਦੀ ਲੋੜ ਹੈ। ਅੱਜ ਜਿੰਨੇ ਕਰੋੜਾਂ ਕੇਸਾਧਾਰੀ ਅੰਮ੍ਰਿਤਧਾਰੀ ਸਿੱਖ ਹਨ, ਇਹ ਸਾਰੇ ਹਿੰਦੂਆਂ ਵਿੱਚੋਂ ਹੀ ਆਏ ਹਨ। ਕੋਈ ਸਿੱਖ ਆਕਾਸ਼ੋਂ ਨਹੀਂ ਡਿੱਗੇ। ਅੱਗੋਂ ਵੀ ਜੇ ਸਿੱਖਾਂ ਦੀ ਗਿਣਤੀ ਵਧਣੀ ਹੈ ਤਾਂ ਉਹ ਹਿੰਦੂਆਂ ਵਿੱਚ ਹੀ ਵਧਣੀ ਹੈ। ਹੋਰ ਕਿਸੇ ਪੰਥ ਨੇ ਨਹੀਂ ਸ਼ਾਮਲ ਹੋਣਾ ਸਿੱਖ ਪੰਥ ਵਿੱਚ। ਅੰਮ੍ਰਿਤਧਾਰੀਆਂ ਵਿੱਚ ਹੋਰ ਨਹੀਂ ਕਿਸੇ ਨੇ ਸ਼ਾਮਲ ਹੋਣਾ। ਇਸ ਕਰਕੇ ਗੁਰੂ ਜੀ ਦੇ ਆਦੇਸ਼ ਨੂੰ ਮੰਨ ਕੇ ਸਤਿਗੁਰੂ ਤੇਗ ਬਹਾਦਰ ਜੀ ਦੇ ਪੂਰਨਿਆਂ ਉੱਤੇ ਚੱਲਦਿਆਂ ਹੋਇਆਂ ਸਿੱਖਾਂ ਨੂੰ ਹਿੰਦੂ ਸਨਾਤਨ ਧਰਮ ਦਾ ਵਿਰੋਧ ਨਹੀਂ ਕਰਨਾ ਚਾਹੀਦਾ। ਉਹਨਾਂ ਦੀ ਆਲੋਚਨਾ ਵੀ ਨਹੀਂ ਕਰਨੀ ਚਾਹੀਦੀ, ਸਗੋਂ ਉਹਨਾਂ ਨਾਲ ਪ੍ਰੇਮ ਕਰਕੇ ਉਹਨਾਂ ਨੂੰ ਗੁਰੂ ਚਰਨੀ ਲਾਉਣਾ ਚਾਹੀਦਾ ਹੈ। ਅੰਮ੍ਰਿਤ ਛਕਣ ਤੋਂ ਬਿਨਾਂ ਮੋਨੇ ਕੇਸ ਰਹਿਤ ਹੁੰਦਿਆਂ ਉਹ ਵੀ ਤਾਂ ਸਿੱਖ ਬਣ ਸਕਦੇ ਨੇ ਅਤੇ ਬਣੇ ਸਨ।
ਦਸਵੇਂ ਪਾਤਸ਼ਾਹ ਦੇ ਸਮੇਂ ਵੀ ਸਾਰਿਆਂ ਨੇ ਕੇਸ ਨਹੀਂ ਸੀ ਰੱਖੇ ਤੇ ਅੰਮ੍ਰਿਤਧਾਰੀ ਵੀ ਨਹੀਂ ਸਨ, ਅਤੇ ਉਹ ਸਾਰੇ ਅੱਜ ਵੀ ਸਿੱਖ ਹਨ। ਜਿਸ ਰੂਪ ਦੇ ਵਿੱਚ ਵੀ ਉਹ ਹਨ, ਉਹ ਸਿੱਖ ਹਨ, ਕਿਉਂਕਿ ਜਿਹੜਾ ਵੀ ਸਤਿਗੁਰੂ ਨਾਨਕ ਦੇਵ ਜੀ ਤੇ ਸ਼ਰਧਾ ਰੱਖਦਾ ਉਹ ਸਿੱਖ ਹੈ। ਆਪਾਂ ਨਹੀਂ ਕਹਿ ਸਕਦੇ ਕਿ ਤੂੰ ਸਿੱਖ ਨਹੀਂ, ਸਾਡੇ ਕੋਲ ਕਿਸੇ ਕੋ ਕੋਈ ਹੱਕ ਨਹੀਂ ਅਸੀਂ ਆਖੀਏ ਕਿ ਤੂੰ ਸਿੱਖ ਨਹੀਂ। ਗਲਤੀਆਂ ਤਾਂ ਸਭ ਵਿੱਚ ਹੁੰਦੀਆਂ ਨੇ। ਅੰਮ੍ਰਿਤਧਾਰੀ ਖਾਲਸਾ ਗੁਰੂ ਨਾਨਕ ਨਾਮ ਲੇਵਾ ਸਿੱਖ ਪੰਥ ਦਾ ਇੱਕ ਸ੍ਰੇਸ਼ਟ ਅੰਗ ਹੈ, ਪਰ ਇਸ ਦਾ ਇਹ ਮਤਲਬ ਨਹੀਂ ਕਿ ਜਿਹੜੇ ਅੰਮ੍ਰਿਤਧਾਰੀ ਨਹੀਂ ਹੈਗੇ ਉਹ ਸਿੱਖ ਹੀ ਨਹੀਂ ਹੈਗੇ। ਇਸ ਕਰਕੇ ਜਿਹੜੇ ਮੋਨੇ ਸਹਿਜਧਾਰੀ ਕੇਸ ਰਹਿਤ ਵੀਰ ਨੇ ਸਾਡੇ, ਉਹ ਜਿਸ ਰੂਪ ਵਿੱਚ ਵੀ ਹਨ, ਉਹਨਾਂ ਨੂੰ ਹਿੰਦੂ ਆਖ ਕੇ ਆਪਾਂ ਦੂਰ ਨਾ ਕਰੀਏ ਅਤੇ ਉਹਨਾਂ ਨੂੰ ਪ੍ਰੇਮ ਕਰੀਏ, ਉਹਨਾਂ ਨੂੰ ਮੋਨੇ ਸਿੱਖ ਦੇ ਰੂਪ ਵਿੱਚ ਆਪਾਂ ਪ੍ਰਵਾਨ ਕਰਕੇ ਆਪਣਾ ਪੰਥ ਵਧਾਉਣ ਦੇ ਯਤਨ ਕਰੀਏ, ਤਾਂ ਹੀ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਸਾਨੂੰ ਪ੍ਰਾਪਤ ਹੋਣਗੀਆਂ। ਤੇਗ ਬਹਾਦਰ ਸਿਮਰਿਐ ਘਰ ਨੌ ਨਿੱਧ ਆਵੈ ਧਾਏ, ਸਾਡੇ ਘਰ ਵਿੱਚ ਰਿੱਧੀਆਂ ਸਿੱਧੀਆਂ ਸਾਰਾ ਕੁਝ ਤਾਂ ਹੀ ਆਏਗਾ ਜੇ ਸਤਿਗੁਰੂ ਤੇਗ ਬਹਾਦਰ ਜੀ ਦੀ ਖੁਸ਼ੀ ਸਾਨੂੰ ਮਿਲੇਗੀ, ਤੇ ਉਹਨਾਂ ਦੀ ਖੁਸ਼ੀ ਤਾਂ ਮਿਲੇਗੀ ਜੇ ਅਸੀਂ ਆਪਣੇ ਮੋਨੇ ਸਹਿਜਧਾਰੀ ਵੀਰਾਂ ਨੂੰ ਵੀ ਸਿੱਖ ਪ੍ਰਵਾਨ ਕਰਕੇ ਨਾਲ ਲਾਵਾਂਗੇ, ਉਹਨਾਂ ਨੂੰ ਗੁਰੂ ਚਰਨੀ ਲਾਵਾਂਗੇ। ਇਸ ਕਰਕੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦੇ ਹੋਏ ਆਪਾਂ ਵੀ ਪਰਉਪਕਾਰ ਕਰਨਾ ਸ਼ੁਰੂ ਕਰੀਏ, ਉਹਨਾਂ ਮੋਨੇ ਵੀਰਾਂ ਤੇ ਵੀ ਪਰਉਪਕਾਰ ਕਰੀਏ, ਉਹਨਾਂ ਨੂੰ ਪ੍ਰੇਮ ਕਰਕੇ ਸੱਚੇ ਪਾਤਸ਼ਾਹ ਦੇ ਚਰਨੀ ਲਾਈਏ, ਤਾਂ ਕਿ ਸਤਿਗੁਰੂ ਨਾਨਕ ਪੰਥ ਵਧੇ। ਸਾਰੇ ਸੰਸਾਰ ਵਿੱਚ ਗੁਰੂ ਨਾਨਕ ਰਾਜ ਹੋਵੇ, ਉਹ ਪ੍ਰੇਮ ਨਾਲ ਹੋਵੇਗਾ। ਕਿਸੇ ਨੂੰ ਨਫ਼ਰਤ ਕੀਤਿਆਂ, ਆਲੋਚਨਾ ਕੀਤਿਆਂ, ਗਾਲਾਂ ਕੱਢਿਆਂ ਲੋਕ ਨੇੜੇ ਨਹੀਂ ਆਉਣਗੇ, ਆਪਣੇ ਬੱਚੇ ਹੀ ਨਹੀਂ ਆਉਣਗੇ, ਉਹ ਵੀ ਦੂਰ ਤੁਰ ਜਾਣਗੇ। ਸਤਿਗੁਰੂ ਤੇਗ ਬਹਾਦਰ ਜੀ ਨੂੰ ਯਾਦ ਕਰਦੇ ਹੋਏ ਸਾਰੇ ਹੀ ਪੂਰਾ ਧਿਆਨ ਧਰ ਕੇ ਨੇਤਰ ਮੀਟ ਕੇ ਆਖੋ, ਧੰਨ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ। ਜਿਹੜਾ ਪੂਰਾ ਧਿਆਨ ਧਰ ਕੇ ਸੱਚੇ ਪਾਤਸ਼ਾਹ ਨੂੰ ਯਾਦ ਕਰੇਗਾ, ਜਿੰਨੀ ਤੁਧਨੋਂ ਧੰਨ ਕਹਿਆ ਤਿਨ ਜਮ ਨੇੜ ਨਾ ਆਇਆ, ਉਹਨੂੰ ਨਾ ਇੱਥੋਂ ਦੇ ਨਾ ਅੱਗੇ ਦੇ ਕੋਈ ਕਸ਼ਟ ਨਹੀਂ ਆਉਣਗੇ। ਕਰਕੇ ਵੇਖੋ। ਸਾਂਝ ਕਰੀਜੈ ਗੁਣਾ ਕੇਰੀ, ਛਾੜ ਅਵਗੁਣ ਚੱਲਣਾ। ਸਤਿਕਾਰਯੋਗ ਸਾਧ ਸੰਗਤ ਜੀ, ਗੁਰਬਾਣੀ ਵਿੱਚ ਆਪਾਂ ਨੂੰ ਗੁਣ ਗ੍ਰਹਿਣ ਕਰਨ ਦੀ ਅਤੇ ਅਵਗੁਣ ਛੱਡਣ ਦੀ ਬਹੁਤ ਜ਼ਿਆਦਾ ਪ੍ਰੇਰਨਾ ਮਿਲਦੀ ਹੈ। ਸਤਿਗੁਰੂ ਜੀ ਆਦੇਸ਼ ਕਰਦੇ ਨੇ ਕਿ ਗੁਣ ਗ੍ਰਹਿਣ ਕਰੋ ਤੇ ਅਵਗੁਣ ਛੱਡੋ। ਇਹਦੇ 'ਤੇ ਬਹੁਤ ਸਾਰੀਆਂ ਤੁਕਾਂ ਸੱਚੇ ਪਾਤਸ਼ਾਹ ਨੇ ਆਦਿ ਬਾਣੀ ਵਿੱਚ ਆਪਣੀ ਰਸਨਾ ਤੋਂ ਉਚਾਰੀਆਂ ਹੋਈਆਂ ਨੇ। ਸਾਧ ਸੰਗਤ ਜੀ, ਸਿੱਖ ਦੀ ਨਿਸ਼ਾਨੀ ਕੀ ਹੈ? ਸਿੱਖ ਧਰਮ ਦੀ ਵਿਆਖਿਆ ਗੁਰਬਾਣੀ ਅਨੁਸਾਰ ਸਤਿਗੁਰੂ ਜੀ ਨੇ ਕਿਵੇਂ ਕੀਤੀ ਹੈ ਕਿ ਸਿੱਖ ਧਰਮ ਕਿਸ ਤਰ੍ਹਾਂ ਦੀ ਚੀਜ਼ ਹੈ ਔਰ ਇਹ ਕਿਉਂ ਵਧੀਆ? ਕਿਉਂਕਿ ਸਗਲ ਧਰਮ ਮੈਂ ਸ੍ਰੇਸ਼ਟ ਧਰਮ, ਹਰਿ ਕੋ ਨਾਮ ਜਪ ਨਿਰਮਲ ਕਰਮ। ਪ੍ਰਭੂ ਦਾ ਨਾਮ ਜਪਣਾ ਤੇ ਮੈਲ ਰਹਿਤ ਕੰਮ ਕਰਨੇ, ਦੋ ਹੀ ਚੀਜ਼ਾਂ ਮੁੱਖ ਨੇ। ਇਹ ਨਿਸ਼ਾਨੀ ਹੈ ਸਿੱਖ ਧਰਮ ਦੇ ਵਾਸਤੇ, ਇਹ ਵਿਸ਼ੇਸ਼ ਕਰਮ ਨੇ ਸਿੱਖ ਧਰਮ ਦੇ ਵਾਸਤੇ। ਸੋ ਉਹਦੇ ਵਿੱਚ ਨਾਮ ਜਪਣ ਦੀ ਗੱਲ ਤਾਂ ਆਪ ਜੀ ਨੂੰ ਸਮਝ ਆਉਂਦੀ ਹੈ। ਅੱਗੋਂ ਨਿਰਮਲ ਕਰਮ, ਨਿਰਮਲ ਸ਼ਬਦ ਦਾ ਅਰਥ ਹੈ ਮੈਲ ਰਹਿਤ, ਤੇ ਇਹ ਸੰਸਕ੍ਰਿਤ ਦਾ ਸ਼ਬਦ ਹੈ। ਖਾਲਸ ਸ਼ਬਦ ਹੈ ਉਹ ਅਰਬੀ ਦਾ, ਉਹਦਾ ਵੀ ਅਰਥ ਇਹੋ ਹੀ ਹੈ, ਭਾਵ ਹੈ ਸ਼ੁੱਧ, ਜਿਹਦੇ ਵਿੱਚ ਕੁਛ ਮਿਲਾਵਟ ਨਹੀਂ, ਮੈਲ ਨਹੀਂ। ਸੋ ਇਸ ਕਰਕੇ ਆਪਾਂ ਨੂੰ ਨਿਰਮਲ ਕਰਮ ਕਰਨ ਦੀ ਲੋੜ ਹੈ। ਨਿਰਮਲ ਕਰਮ ਕਰਨ ਦਾ ਮਤਲਬ ਹੈ ਕਿ ਸ਼ੁਭ ਕਰਮ, ਔਗਣ ਰਹਿਤ ਕਰਮ ਕਰਨ ਦੀ ਲੋੜ ਹੈ। ਜਿਹੜਾ ਆਸਾ ਦੀ ਵਾਰ ਦੇ ਵਿੱਚ ਸ਼ੁਰੂ ਵਿੱਚ ਸਤਿਗੁਰੂ ਜੀ ਨੇ ਬਚਨ ਕੀਤਾ ਹੋਇਆ, ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਾਧ ਵਾਰ, ਮਾਨਸ ਤੇ ਜਿਨ ਦੇਵਤੇ ਕੀਏ ਕਰਤ ਨਾ ਲਾਗੀ ਬਾਰ। ਮੈਂ ਉਸ ਗੁਰੂ ਦੇ ਬਲਿਹਾਰੇ ਹਾਂ ਜਿਹਨੇ ਮਨੁੱਖ ਤੋਂ ਦੇਵਤਾ ਬਣਾ ਦਿੱਤਾ, ਭਾਵ ਸ਼ੁਭ ਕਰਮੀ ਬਣਾ ਦਿੱਤਾ, ਨਿਰਮਲ ਕਰਮੀ ਬਣਾ ਦਿੱਤਾ। ਇਸੇ ਕਰਕੇ ਭਾਈ ਗੁਰਦਾਸ ਜੀ ਨੇ ਲਿਖਿਆ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ।
ਨਿਰਮਲ ਕਰਮ ਕਰਨ ਵਾਲਿਆਂ ਦਾ ਪੰਥ ਸਤਿਗੁਰੂ ਨਾਨਕ ਦੇਵ ਜੀ ਦਾ ਪੰਥ ਹੈ। ਤੇ ਜੇ ਆਪਾਂ ਸੱਚੀ ਮੁੱਚੀ ਨਾਨਕ ਪੰਥੀ ਬਣਨਾ ਹੈ, ਭਾਵ ਸਿੱਖ ਬਣਨਾ ਹੈ, ਤਾਂ ਆਪਾਂ ਨੂੰ ਔਗਣਾਂ ਵਾਲੇ ਕਰਮ, ਮੈਲ ਵਾਲੇ ਕਰਮ ਛੱਡਣ ਦੀ ਲੋੜ ਹੈ ਅਤੇ ਗੁਣ ਗ੍ਰਹਿਣ ਕਰਨ ਦੀ ਲੋੜ ਹੈ। ਜਿਹੜਾ ਸਤਿਗੁਰੂ ਜੀ ਨੇ ਬਚਨ ਕੀਤਾ ਹੋਇਆ ਕਿ ਮਾਨੁਖ ਤੇ ਦੇਵਤੇ ਕੀਏ, ਉਹਦਾ ਮਤਲਬ ਮਨੁੱਖ ਰੂਪ ਦੇ ਵਿੱਚ ਜੋ ਅਸੀਂ ਕਰਦੇ ਸਾਂ ਉਹ ਮਾੜੇ ਕਰਮ ਛੁਡਾ ਕੇ, ਔਗਣ ਹਟਾ ਕੇ ਤੇ ਦੇਵਤੇ ਤੋਂ ਭਾਵ ਸ਼ੁਭ ਕਰਮ ਵਾਲੇ ਬਣਾ ਦਿੱਤਾ ਸਤਿਗੁਰੂ ਨੇ। ਸੋ ਇਸ ਕਰਕੇ ਆਪਾਂ ਨੂੰ ਵੀ ਗੁਣ ਗ੍ਰਹਿਣ ਕਰਨ ਦੀ ਲੋੜ ਹੈ। ਗੁਣਾਂ ਦੇ ਵਿੱਚ ਬੜੀ ਲੰਬੀ ਸੂਚੀ ਹੈ। ਹਰ ਮਨੁੱਖ ਦੇ ਵਾਸਤੇ ਵੱਖਰੇ ਵੱਖਰੇ ਗੁਣ ਨੇ ਤੇ ਇੰਨੀ ਪ੍ਰਕਾਰ ਦੇ ਨੇ ਕਿ ਜਿਹੜੇ ਫਟਾਫਟ ਤੇ ਗਿਣੇ ਵੀ ਨਹੀਂ ਜਾ ਸਕਦੇ। ਜੇ ਮੈਂ ਗਿਣ ਵੀ ਦਿਆਂ ਤੇ ਆਪ ਜੀ ਨੂੰ ਯਾਦ ਵੀ ਨਹੀਂ ਰਹਿ ਸਕਦੇ। ਪਰ ਜਿੰਨੇ ਕੁ ਚੇਤਾ ਆ ਜਾਣ, ਸੌਖੇ ਸੌਖੇ ਚੇਤਾ ਆਪਾਂ ਨੂੰ ਰੱਖ ਸਕੀਏ ਤੇ ਜਿੰਨੇ ਕੁ ਗੁਣ ਆਪਾਂ ਗਿਣ ਸਕੀਏ, ਉਹਨਾਂ ਨੂੰ ਹੌਲੀ 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 ਕਰਕੇ ਉਹਨਾਂ ਨੂੰ ਗ੍ਰਹਿਣ ਕਰਨਾ ਸ਼ੁਰੂ ਕਰੀਏ ਤੇ ਔਗਣ ਛੱਡਣੇ ਸ਼ੁਰੂ ਕਰਦੀਏ। ਕਿਉਂਕਿ ਜੇ ਅਸੀਂ ਔਗਣਾਂ ਵਾਲੇ ਹਾਂ ਤੇ ਫਿਰ ਉਹਦੇ ਵਾਸਤੇ ਬਾਣੀ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਲਿਖਿਆ ਹੋਇਆ, ਔਗਣਵੰਤੀ ਗੁਣ ਕੋ ਨਹੀਂ, ਬਹਿਣ ਨਾ ਮਿਲੈ ਹਦੂਰ। ਜਿਹਦੇ ਵਿੱਚ ਔਗਣ ਨੇ, ਕੋਈ ਗੁਣ ਨਹੀਂ ਹੈਗਾ, ਉਹਨੂੰ ਸਤਿਗੁਰੂ ਦੇ ਕੋਲ ਬਹਿਣ ਦਾ ਸਮਾਂ ਨਹੀਂ ਮਿਲਦਾ, ਨਾ ਇੱਥੇ ਤੇ ਨਾ ਦਰਗਾਹ ਵਿੱਚ। ਇਸ ਕਰਕੇ ਆਪਾਂ ਨੂੰ ਗੁਣ ਇਕੱਠੇ ਕਰਨ ਦੀ ਲੋੜ ਹੈ। ਗੁਣ ਵਿਚਾਰੀ ਗੁਣ ਸੰਗ੍ਰਾਹਾ, ਅਵਗੁਣ ਕੱਢਾ ਧੋਏ। ਔਗਣ ਜਿਹੜੇ ਨੇ, ਮੈਲ ਜਿਹੜੀ ਹੈ, ਉਹਨਾਂ ਨੂੰ ਧੋ ਕੇ ਕੱਢ ਦੇਣਾ ਤੇ ਨਿਰਮਲ ਕਰ ਦੇਣਾ ਆਪਣੇ ਮਨ ਤੇ ਤਨ ਨੂੰ, ਦੋਹਾਂ ਚੀਜ਼ਾਂ ਨੂੰ। ਔਗਣ ਧੋ ਕੇ ਕੱਢ ਦੇਣੇ ਨੇ, ਮੈਲ ਰਹਿਤ ਹੋ ਜਾਣਾ ਤੇ ਕੀ ਕਰਨਾ ਹੈ? ਗੁਣ ਸੰਗ੍ਰਹਿ। ਸੰਗ੍ਰਹਿ ਕਰਨ ਦਾ ਮਤਲਬ ਇਕੱਠੇ ਕਰਨੇ ਨੇ। ਸੋ ਆਪਾਂ ਇਸ ਪਾਸੇ ਧਿਆਨ ਕਰੀਏ। ਔਗਣਾਂ ਦੇ ਵਿੱਚ ਕੁਛ ਔਗਣ ਮੈਂ ਆਪ ਜੀ ਨੂੰ ਬੇਨਤੀ ਕਰਦਾ, ਉਹ ਔਗਣ ਬੜੇ ਸੌਖੇ ਆਪਾਂ ਛੱਡ ਸਕਦੇ ਹਾਂ। ਸਿਰਫ ਆਪਾਂ ਨੂੰ ਉਹਦੇ ਵਾਸਤੇ ਅਭਿਆਸ ਕਰਨ ਦੀ ਲੋੜ ਹੈ। ਜੇ ਪਹਿਲੀ ਗੱਲ ਹੈ ਕਿ ਅਸੀਂ ਇਹ ਮੰਨੀਏ ਕਿ ਸਾਡੇ ਵਿੱਚ ਉਹ ਔਗਣ ਹੈਗੇ ਨੇ। ਜਿੰਨਾ ਚਿਰ ਅਸੀਂ ਮੰਨਦੇ ਹੀ ਨਹੀਂ ਕਿ ਮੇਰੇ ਵਿੱਚ ਔਗਣ ਹੈ, ਜਿੰਨਾ ਚਿਰ ਮੈਂ ਇਹ ਨਹੀਂ ਮੰਨਦਾ ਕਿ ਮੇਰੇ ਵਿੱਚ ਕੋਈ ਔਗਣ ਹੈ, ਤੇ ਮੈਂ ਉਹਨੂੰ ਦੂਰ ਕਿਉਂ ਕਰਾਂਗਾ? ਜਿੰਨਾ ਚਿਰ ਮੈਨੂੰ ਇਹ ਕੋਈ ਸੱਜਣ ਮੈਨੂੰ ਕਹਿੰਦਾ ਹੈ ਕਿ ਦਲੀਪ ਸਿੰਘ ਤੇਰੇ ਮੱਥੇ ਤੇ ਕੋਈ ਕਿਸੇ ਤਰ੍ਹਾਂ ਦਾ ਕੋਈ ਚੀਜ਼, ਕਿਤੋਂ ਦਾਗ ਲੱਗ ਗਿਆ, ਕਿਤੋਂ ਕੋਈ ਤੀਲਾ ਲੱਗ ਗਿਆ, ਮੈਂ ਕਹਿੰਦਾ ਵੀ ਨਹੀਂ, ਮੇਰੇ ਤੇ ਲੱਗਾ ਹੀ ਨਹੀਂ, ਮੈਂ ਤਾਂ ਸ਼ੀਸ਼ੇ 'ਚ ਮੂੰਹ ਵੇਖੇ ਆ। ਉਹ ਕਹਿੰਦਾ ਨਹੀਂ ਲੱਗਾ ਹੋਇਆ। ਮੈਂ ਨਾ, ਤੂੰ ਕੌਣ ਹੈ ਮੈਨੂੰ ਆਖਣ ਵਾਲਾ? ਤੈਨੂੰ ਬਹੁਤਾ ਦਿਸਦਾ, ਤੇਰੀਆਂ 4 ਅੱਖਾਂ ਨੇ। ਜੇ ਤੇ ਆਪਾਂ ਇਹ ਵਿਚਾਰ ਰੱਖਾਂਗੇ ਤੇ ਤੀਲਾ ਤੇ ਲੱਗਾ ਹੀ ਹੈ। ਉਹ ਜੇ ਤੇ ਮੇਰਾ ਵਿਰੋਧੀ ਹੈ ਫਿਰ ਤੇ ਗੱਲ ਲਾ ਕੇ ਕਰਦਾ, ਜੇ ਮੇਰਾ ਪ੍ਰੇਮੀ ਹੈ ਫਿਰ ਉਹ ਲਾ ਕੇ ਨਹੀਂ ਗੱਲ ਕਰਦਾ ਪਿਆ। ਇਸ ਕਰਕੇ ਜੇ ਉਹ ਮੇਰਾ ਪ੍ਰੇਮੀ ਹੈ, ਸੱਜਣ ਹੈ, ਤੇ ਉਹਦੀ ਗੱਲ ਮੈਨੂੰ ਸੁਣਨੀ ਚਾਹੀਦੀ ਹੈ ਤੇ ਮੈਨੂੰ ਹੱਥ ਮਾਰਨਾ ਚਾਹੀਦਾ ਹੈ ਕਿ ਹਾਂ ਸੱਚੀ ਮੁੱਚੀ ਤੀਲਾ ਲੱਗਾ ਹੋਏਗਾ, ਮੈਂ ਧਿਆਨ ਨਹੀਂ ਕੀਤਾ। ਇਸ ਲਈ ਪਹਿਲੋਂ ਤਾਂ ਔਗਣ ਪ੍ਰਵਾਨ ਕਰਨ ਦੀ ਲੋੜ ਹੈ। ਹਮ ਅਵਗੁਣ ਭਰੇ ਇੱਕ ਗੁਣ ਨਾਹੀਂ। ਜਦੋਂ ਇਹ ਭਾਵਨਾ ਮਨ ਦੇ ਵਿੱਚ ਆਏਗੀ, ਨਿਮਰਤਾ ਆਏਗੀ ਕਿ ਮੈਂ ਤੇ ਔਗਣਾਂ ਦਾ ਭਰਿਆ ਹੋਇਆ, ਮੇਰੇ ਵਿੱਚ ਕੋਈ ਗੁਣ ਨਹੀਂ ਹੈਗਾ, ਹੰਕਾਰ ਨਹੀਂ ਕਰਨਾ, ਫਿਰ ਅਸੀਂ ਆਪਣੇ ਔਗਣ ਦੂਰ ਕਰਨੇ ਸ਼ੁਰੂ ਕਰਾਂਗੇ। ਜਿੰਨਾ ਚਿਰ ਇਹ ਨਹੀਂ ਮੰਨਣ ਵਿੱਚ ਆਉਂਦਾ ਕਿ ਮੇਰੇ ਵਿੱਚ ਔਗਣ ਨੇ, ਅਤੇ ਜਿੰਨਾ ਚਿਰ ਮੇਰੇ ਮਨ 'ਚ ਇਹ ਹੈ ਕਿ ਮੇਰੇ ਮਨ 'ਚ ਤੇ ਬੜੇ ਗੁਣ ਨੇ, ਫਿਰ ਆਪਾਂ ਦੂਰ ਕਿਉਂ ਕਰਾਂਗੇ? ਜਦੋਂ ਮੈਨੂੰ ਪਤਾ ਕਿ ਤੀਲਾ ਲੱਗਿਆ ਹੀ ਨਹੀਂ, ਮੈਂ ਮੰਨਦਾ ਹੀ ਨਹੀਂ, ਤੇ ਮੈਂ ਤੀਲਾ ਲਾਵਾਂਗਾ ਕਿਉਂ ਬਈ? ਸੋ ਇਸ ਕਰਕੇ ਆਪਾਂ ਨੂੰ ਹੰਕਾਰ ਛੱਡ ਕੇ ਨਿਮਰ ਹੋਣ ਦੀ ਲੋੜ ਹੈ ਤੇ ਇਹ ਮੰਨਣ ਦੀ ਲੋੜ ਹੈ, ਹਮ ਅਵਗੁਣ ਭਰੇ ਇੱਕ ਗੁਣ ਨਾਹੀਂ। ਸੋ ਸਾਧ ਸੰਗਤ ਜੀ, ਆਪਾਂ ਔਗਣ ਦੂਰ ਕਰੀਏ ਤੇ ਗੁਣ ਗ੍ਰਹਿਣ ਕਰੀਏ। ਸਾਂਝ ਕਰੀਜੈ ਗੁਣਾ ਕੇਰੀ, ਗੁਣ ਵਿਚਾਰੀ ਗੁਣ ਸੰਗ੍ਰਾਹਾ, ਅਵਗਣ ਕੱਢਾ ਧੋਏ। ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਦਾ ਬਾਣੀ ਵਿੱਚ ਇਹ ਆਦੇਸ਼ ਹੈ, ਨਿਵਣ ਸੋ ਅੱਖਰ ਖਿਵਣ ਗੁਣ, ਜੇਬਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ, ਤਾਂ ਵਸ ਆਈ ਕਨ। ਨਿਮਰਤਾ, ਖਿਮਾ ਕਰਨੀ,
ਤੇ ਮਿੱਠਾ ਬੋਲਣਾ, ਇਹ ਤਿੰਨ ਪ੍ਰਕਾਰ ਦੇ ਆਪਾਂ ਵਸਤਰ ਪਹਿਨ ਲਈਏ, ਭਾਵ ਇਹ ਤਿੰਨ ਗੁਣ ਅਪਣਾ ਲਈਏ, ਤਾਂ ਉਹਦੇ ਨਾਲ ਸਾਡਾ ਸਤਿਗੁਰੂ ਰੂਪ ਦੇ ਵਿੱਚ ਪ੍ਰਭੂ ਵੀ ਸਾਡੇ ਵਸ ਆ ਜਾਂਦਾ, ਤੇ ਮਨੁੱਖ ਕਿਉਂ ਨਾ ਵਸ ਆਉਣਗੇ। ਉਹਦੇ ਵਾਸਤੇ ਮੇਰੀ ਆਪ ਜੀ ਨੂੰ ਬੇਨਤੀ ਹੈ ਕਿ ਸਭ ਤੋਂ ਪਹਿਲੋਂ ਆਪਾਂ ਕੌੜਾ ਬੋਲਣਾ ਛੱਡੀਏ। ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ, ਹਿੱਕ ਫਿੱਕਾ ਨਾ ਗੱਲ ਆਏ, ਸਭਨਾ ਮੈਂ ਸੱਚਾ ਧਣੀ। ਸਾਰਿਆਂ ਦੇ ਵਿੱਚ ਪ੍ਰਭੂ ਵਸਦਾ, ਕਿਸੇ ਨੂੰ ਵੀ ਫਿੱਕਾ ਨਾ ਬੋਲ। ਇਸ ਕਰਕੇ ਮੇਰੀ ਬੇਨਤੀ ਹੈ ਕਿ ਫਿੱਕਾ ਬੋਲਣਾ, ਤਾਨੇ ਮਿਹਣੇ ਦੇਣੇ, ਇਹ ਛੱਡੀਏ। ਸਤਿਗੁਰੂ ਕਿਰਪਾ ਕਰੇ ਅਸੀਂ ਇਹ ਗੁਣ ਧਾਰਨ ਕਰੀਏ ਕਿ ਅਸਾਂ ਚੰਗੇ ਸ਼ਬਦ ਬੋਲਣੇ ਨੇ, ਮਿੱਠੇ ਸ਼ਬਦ ਬੋਲਣੇ ਨੇ। ਮਿੱਠੇ ਸ਼ਬਦਾਂ ਨਾਲ ਆਪਾਂ ਕਿਸੇ ਦਾ ਮਨ ਮੋਹ ਲੈਣਾ। ਇੱਕ ਕੋਈ ਸੱਜਣ ਸੀ, ਉਸ ਸਮੇਂ ਵਿੱਚ ਉਹ ਖੋਤੀ ਦੇ ਉੱਤੇ ਭਾਰ ਲੱਦ ਕੇ ਲੈ ਕੇ ਜਾ ਰਿਹਾ ਸੀ। ਇੱਕ ਪਿੰਡ ਤੋਂ ਦੂਸਰੇ ਪਿੰਡ ਲੈ ਕੇ ਜਾ ਰਿਹਾ ਸੀ। ਉਹਨੂੰ ਖੋਤੀ ਨੂੰ ਹਿੱਕਦਾ ਹਿੱਕਦਾ ਕੀ ਕਹਿ ਰਿਹਾ ਸੀ, ਚੱਲ ਬੀਬੀ ਭੈਣਾ, ਚੱਲ ਬੀਬੀ ਭੈਣਾ। ਤੇ ਕੋਲੋਂ ਦੀ ਕੋਈ ਲੰਘਦਾ ਪਿਆ ਸੀ, ਉਹਨੇ ਆਖਿਆ, ਓਏ ਤੂੰ ਇਹ ਕੀ ਆਖਣ ਡਿਆ ਹੈ, ਇਹ ਤੇਰੀ ਭੈਣ ਹੈ, ਧੀ ਹੈ? ਆਂਦਾ ਨਹੀਂ, ਮੈਂ ਤੇ ਆਪਣੀ ਜ਼ੁਬਾਨ ਸੁਧਾਰਦਾ ਪਿਆ। ਦੂਸਰੇ ਪਾਸੇ ਆਪਾਂ ਜਿਹੜੇ ਬੌਲਦਾਂ ਨੂੰ ਹੱਕਦੇ ਹਾਂ, ਅੱਜ ਵੀ ਗੱਡੇ ਰੱਖੇ ਨੇ, ਕਿਤੇ ਨਾ ਕਿਤੇ ਜੋਨੇ ਆ, ਤੁਹਾਨੂੰ ਪਤਾ ਆਪਾਂ ਕਿੰਨੀਆਂ ਗੰਦੀਆਂ ਗੰਦੀਆਂ ਗਾਲਾਂ ਆਪਣੇ ਡੰਗਰਾਂ ਨੂੰ ਕੱਢਦੇ ਹਾਂ। ਸੋਚਣ ਦੀ ਲੋੜ ਹੈ ਕਿ ਉਹਨਾਂ ਨੂੰ ਸਾਡੀ ਪੰਜਾਬੀ 'ਚ ਕੱਢੀ ਗਾਲ ਸਮਝ ਆਉਂਦੀ ਹੈ ਕਿ ਅੰਗਰੇਜ਼ੀ 'ਚ ਆਉਂਦੀ ਹੈ। ਜਦੋਂ ਅਸੀਂ ਉਹਨਾਂ ਨੂੰ ਗਾਲ ਕੱਢਦੇ ਹਾਂ, ਕਿ ਉਹਦੇ ਨਾਲ ਉਹਨਾਂ ਨੂੰ ਸੱਚੀ ਮੁੱਚੀ ਬੜੀ ਪੀੜ ਹੁੰਦੀ ਹੈ। ਜਦੋਂ ਆਪਾਂ ਆਪਣੇ ਡੰਗਰਾਂ ਨੂੰ ਮਾਵਾਂ ਭੈਣਾਂ ਦੀਆਂ ਗਾਲਾਂ ਕੱਢਦੇ ਹਾਂ, ਉਹਨਾਂ ਨੂੰ ਸਮਝ ਆਉਂਦੀ ਹੈ, ਤੇ ਫਿਰ ਉਹ ਸਾਡੀ ਗਾਲ ਸੁਣ ਕੇ ਸਾਡੇ ਭਲਾ ਬਹੁਤੇ ਆਖੇ ਲੱਗ ਜਾਂਦੇ ਨੇ। ਨਹੀਂ, ਉਹਨਾਂ ਵਿਚਾਰਿਆਂ ਨੂੰ ਸਮਝ ਨਹੀਂ ਆਉਂਦੀ। ਉਹਨਾਂ ਨੂੰ ਤਾਂ ਆਪਾਂ ਜਿੱਧਰ ਨੂੰ ਇਸ਼ਾਰੇ ਨਾਲ ਜਾਂ ਡੰਡੇ ਨਾਲ ਜਾਂ ਨੱਥ ਫੜ ਕੇ ਤੋਰ ਦਿੰਦੇ ਹਾਂ, ਵਿਚਾਰੇ ਤੁਰ ਪੈਂਦੇ ਨੇ ਨਾ। ਉਹਨਾਂ ਨੂੰ ਕੀ ਸਮਝ ਆਉਂਦੀ ਹੈ, ਪਰ ਸਾਡੀ ਜ਼ੁਬਾਨ ਗੰਦੀ ਜ਼ਰੂਰ ਹੋ ਜਾਂਦੀ। ਇਸੇ ਤਰ੍ਹਾਂ ਅਸੀਂ ਆਪਣੇ ਵਿਰੋਧੀਆਂ ਨੂੰ ਜਦੋਂ ਮਾੜੇ ਸ਼ਬਦ ਬੋਲਦੇ ਹਾਂ, ਉਹਨਾਂ ਨੂੰ ਕਈ ਵਾਰੀ ਤਾਂ ਆਪਾਂ ਗਾਲਾਂ ਕੱਢਦੇ ਹਾਂ, ਕਈ ਵਾਰੀ ਬਹੁਤ ਮਾੜੇ ਸ਼ਬਦ ਬੋਲਦੇ ਹਾਂ। ਸੋਚਣ ਦੀ ਲੋੜ ਹੈ, ਜਦੋਂ ਆਪਾਂ ਕਿਸੇ ਨੂੰ ਮਾੜਾ ਬੋਲਦੇ ਹਾਂ, ਕੀ ਉਹਦੀ ਲੱਤ 'ਤੇ ਨੀਲ ਪੈਂਦਾ? ਕੀ ਉਹਦੇ ਮੂੰਹ 'ਤੇ ਜਾ ਕੇ ਸਾਡਾ ਥੱਪੜ ਵੱਜਦਾ? ਜਾਂ ਉਹਦੇ ਸਿਰ 'ਚ ਸਾਡੇ ਭੈੜੇ ਸ਼ਬਦ ਬੋਲਿਆਂ ਜਾਂ ਗਾਲ ਕੱਢਿਆਂ ਕਿਸੇ ਦਿਨ ਜਾ ਕੇ ਡਾਂਗ ਵੱਜਦੀ ਹੈ? ਇੱਕ ਹੋਰ ਵਿਚਾਰਨ ਦੀ ਲੋੜ ਹੈ ਆਪ ਜੀ ਨੂੰ ਕਿ ਆਪਾਂ ਇਹ ਮਾੜੇ ਸ਼ਬਦ ਆਪਣੇ ਤੋਂ ਤਗੜੇ ਨੂੰ ਨਹੀਂ ਬੋਲਦੇ ਕਦੀ। ਕਿਉਂਕਿ ਇੱਕ ਸੱਜਣ ਨੇ ਆਖਿਆ ਸੀ, ਬੜਾ ਹੀ ਉੱਤਮ ਉਹਨਾਂ ਨੇ ਬਚਨ ਕੀਤਾ। ਉਹਨੇ ਆਖਿਆ, ਮੈਨੂੰ ਤਗੜੇ 'ਤੇ ਰਹਿਮ ਬੜਾ ਆਉਂਦਾ ਅਤੇ ਮਾੜੇ 'ਤੇ ਮੈਨੂੰ ਗੁੱਸਾ ਬੜਾ ਆਉਂਦਾ। ਧਿਆਨ ਨਾਲ ਸੁਣਿਓ ਜੇ, ਤਗੜੇ 'ਤੇ ਮੈਨੂੰ ਰਹਿਮ ਬੜਾ ਆਉਂਦਾ, ਦਇਆ ਬੜੀ ਆਉਂਦੀ ਹੈ, ਅਤੇ ਮਾੜੇ 'ਤੇ ਮੈਨੂੰ ਗੁੱਸਾ ਬੜਾ ਆਉਂਦਾ। ਫੇਰ ਬਈ ਕਿਉਂ? ਕਿਉਂਕਿ ਉਹ ਮਾੜਾ ਹੈ ਨਾ, ਮੇਰੇ ਅੱਗੇ ਕੁਸਕ ਨਹੀਂ ਸਕਦਾ, ਤਾਂ ਗੁੱਸਾ ਆਉਂਦਾ। ਤਗੜੇ 'ਤੇ ਨਹੀਂ ਗੁੱਸਾ ਆਉਂਦਾ। ਤਗੜੇ ਨੂੰ ਆਪਾਂ ਮਾੜੇ ਸ਼ਬਦ ਨਹੀਂ ਬੋਲਦੇ। ਉੱਥੇ ਤੇ ਭਾਵੇਂ ਉਹ ਸਾਨੂੰ ਗਾਲਾਂ ਕੱਢੀ ਜੇ, ਅਸੀਂ ਹੱਥ ਜੋੜੀ ਜਾਂਦੇ, ਪਤਾ ਹੁੰਦਾ ਥਾਣੇਦਾਰ ਨੇ ਡੰਡੇ ਮਾਰਨੇ ਨੇ। ਸੋ ਇਸ ਕਰਕੇ ਤਗੜੇ ਮਾੜੇ ਦਾ ਤਾਂ ਫਰਕ ਰਹਿੰਦਾ ਹੀ ਹੈ। ਤਗੜੇ ਮਾੜੇ ਦੇ ਫਰਕ ਨਾਲ ਸਾਡਾ ਗੁੱਸਾ ਅਤੇ ਰਹਿਮ ਦਾ ਵੀ ਬਹੁਤ ਵੱਡਾ ਫਰਕ ਪੈ ਜਾਂਦਾ, ਅਤੇ ਸਾਡੀ ਸ਼ਬਦਾਵਲੀ ਵੀ ਬਦਲ ਜਾਂਦੀ ਹੈ। ਅੰਦਰੋਂ ਆਪਾਂ ਭਾਵੇਂ ਕਿੰਨੇ ਔਖੇ ਹੋਈਏ, ਮੂੰਹ ਤੋਂ ਨਹੀਂ ਆਪਾਂ ਬੋਲਦੇ। ਇਸ ਕਰਕੇ ਸਾਧ ਸੰਗਤ ਜੀ, ਗੁਣ ਗ੍ਰਹਿਣ ਕਰੀਏ। ਔਗਣਵੰਤੀ ਗੁਣ ਕੋ ਨਹੀਂ, ਬਹਿਣ ਨਾ ਮਿਲੇ ਹਦੂਰ। ਜਿਹਦੇ ਵਿੱਚ ਔਗਣ ਹੋਣਗੇ, ਉਹ ਕੋਲ ਨਹੀਂ ਬੈਠ ਸਕਦੀ ਆਪਣੇ ਪ੍ਰਭੂ ਪ੍ਰੀਤਮ ਦੇ। ਅਤੇ ਇਸੇ ਤਰ੍ਹਾਂ ਸਭਾ ਦੇ ਵਿੱਚ ਵੀ ਬਹਿਣਾ ਉਹਨੂੰ ਔਖਾ ਹੋ ਜਾਏਗਾ। ਕੌਣ ਬਹਿ ਸਕੇਗਾ? ਜਿਹਦੇ ਵਿੱਚ ਗੁਣ ਹੋਣਗੇ। ਤੁਸੀਂ ਇੱਕ ਹੋਰ ਚੀਜ਼ ਵਿਚਾਰ ਕੇ ਦੇਖੋ, ਆਪਾਂ ਸਦਾ ਹੀ ਮਿੱਠੀ ਭਾਸ਼ਾ ਆਪਣੇ ਸੱਜਣਾ ਮਿੱਤਰਾਂ ਸੰਬੰਧੀਆਂ ਤੋਂ ਸੁਣਨੀ ਚਾਹੁੰਦੇ। ਦੱਸੋ, ਚਾਹੁੰਦੇ ਹੋ ਕਿ ਨਹੀਂ ਚਾਹੁੰਦੇ? ਚਾਹੁੰਦੇ ਹੋ ਨਾ? ਜੇ ਤੇ ਆਪਾਂ ਗਾਲਾਂ ਸੁਣਨੀਆਂ ਚਾਹੁੰਦੇ ਹਾਂ, ਤਾਨੇ ਮਿਹਣੇ ਸੁਣਨੇ ਚਾਹੁੰਦੇ ਹਾਂ, ਤਾਂ ਦੱਸ ਦਿਓ। ਤੇ ਜੇ ਆਪਾਂ ਮਿੱਠੀ ਭਾਸ਼ਾ ਸੁਣਨੀ ਚਾਹੁੰਦੇ ਹਾਂ, ਤਾਂ ਦੱਸ ਦਿਓ ਜੀ। ਜੇ ਆਪਾਂ ਕਿਸੇ ਤੋਂ ਮਿੱਠੀ ਭਾਸ਼ਾ ਸੁਣਨੀ ਚਾਹੁੰਦੇ ਹਾਂ,
ਤੇ ਫਿਰ ਆਪਾਂ ਨੂੰ ਵੀ ਤਾਂ ਮਿੱਠੀ ਸੁਣਾਉਣੀ ਚਾਹੀਦੀ ਹੈ, ਉਹ ਵੀ ਤਾਂ ਮਿੱਠੀ ਸੁਣਨੀ ਚਾਹੁੰਦਾ ਜਿਹੜਾ ਸਾਡਾ ਸੱਜਣ ਸੰਬੰਧੀ ਹੈ ਕੋਈ। ਇਸ ਕਰਕੇ ਮੇਰੀ ਬੇਨਤੀ ਪ੍ਰਵਾਨ ਕਰੋ ਤੇ ਆਪਣੀ ਭਾਸ਼ਾ ਨੂੰ ਮਿੱਠਾ ਬਣਾਓ। ਹੰਕਾਰ ਤੋਂ ਬਿਨਾਂ ਜੀਵਨ ਚੱਲਦਾ ਨਹੀਂ, ਪਰ ਕਿੰਨਾ ਹੰਕਾਰ ਕਰਨਾ ਤੇ ਕਿੱਥੇ ਕਰਨਾ ਇਹ ਆਪਾਂ ਨੂੰ ਵਿਚਾਰਨ ਦੀ ਲੋੜ। ਕਿੰਨਾ ਹੰਕਾਰ ਕਰਨਾ ਤੇ ਕਿੱਥੇ ਕਰਨਾ ਇਹ ਸੋਚਣ ਦੀ ਲੋੜ ਹੈ। ਹੰਕਾਰ ਤੇ ਸਵੈਮਾਨ ਇਹਨਾਂ ਦੇ ਵਿੱਚ ਅੱਗੋਂ ਫਿਰ ਬੜਾ ਵੱਡਾ ਅੰਤਰ ਹੈ। ਸੋ ਇਹ ਅੰਤਰ ਨੂੰ ਸਮਝ ਕੇ ਵਿਚਾਰਵਾਨ ਬਣੋ, ਕਿਉਂਕਿ ਸੱਚੇ ਪਾਤਸ਼ਾਹ ਜੀ ਦਾ ਬਚਨ ਹੈ, ਵਿਵੇਕ ਬੁੱਧ ਸਭ ਜਗ ਮੈਂ ਨਿਰਮਲ, ਵਿਚਰ ਵਿਚਰ ਰਸ ਪੀਜਾ। ਇਸ ਕਰਕੇ ਵਿਚਾਰਵਾਨ ਬਣੀਏ। ਤੇ ਵਿਚਾਰਵਾਨ ਕੌਣ ਹੈ? ਉਹ ਹੰਸ ਹੈ, ਗੁਰੂ ਕਾ ਸਿੱਖ ਪਰਮ ਹੰਸ ਹੈ, ਜਿਹੜਾ ਮਾਨ ਸਰੋਵਰ ਤੇ ਰਹਿੰਦਾ ਹੈ ਤੇ ਮੋਤੀ ਚੁਗਦਾ ਹੈ, ਡੱਡੀਆਂ ਮੱਛੀਆਂ ਨਹੀਂ ਖਾਂਦਾ। ਭਾਵ ਉਹ ਔਗਣ ਨਹੀਂ ਖਾਂਦਾ ਤੇ ਗੁਣ ਖਾਂਦਾ ਹੈ। ਉਹ ਇੱਕ ਪ੍ਰਮਾਣ ਦਿੱਤਾ ਹੋਇਆ ਮੋਤੀ ਚੁਗਣ ਦਾ ਤੇ ਡੱਡੀਆਂ ਮੱਛੀਆਂ ਦਾ। ਤੇ ਗੁਰੂ ਕਾ ਸਿੱਖ ਵਿਚਾਰ ਕਰਕੇ ਗੁਣ ਗ੍ਰਹਿਣ ਕਰਦਾ ਹੈ, ਔਗਣ ਛੱਡ ਦਿੰਦਾ ਹੈ, ਔਗਣਾਂ ਨੂੰ ਨਹੀਂ ਲੈਂਦਾ, ਤੇ ਜਿਹੜੇ ਹੋਣ ਉਹ ਵੀ ਛੱਡ ਦਿੰਦਾ। ਇਸ ਕਰਕੇ ਮੇਰੀ ਆਪ ਜੀ ਨੂੰ ਬੇਨਤੀ ਹੈ ਕਿ ਜਿੰਨੇ ਵੀ ਹੋ ਸਕੇ ਹਰ ਰੋਜ਼ ਯਤਨ ਕਰੋ ਕਿ ਮੈਂ ਕੁਛ ਗੁਣ ਗ੍ਰਹਿਣ ਕਰਨੇ ਨੇ, ਚੰਗੀਆਂ ਆਦਤਾਂ ਪਾਉਣੀਆਂ ਨੇ। ਸਾਦੇ ਸ਼ਬਦਾਂ 'ਚ ਚੰਗੀਆਂ ਆਦਤਾਂ ਪਾਉਣੀਆਂ ਨੇ। ਤੇ ਚੰਗੀਆਂ ਆਦਤਾਂ ਦੇ ਵਿੱਚ ਬੜੀ ਸੌਖੀ, ਬਹੁਤ ਲੋੜਵੰਦ ਆਦਤ ਇਹ ਹੈ ਕਿ ਅਸੀਂ ਕੌੜੇ ਸ਼ਬਦ ਨਹੀਂ ਬੋਲਣੇ, ਤਾਨੇ ਮਿਹਣੇ ਨਹੀਂ ਦੇਣੇ। ਹੁਣ ਇੱਥੇ ਅੱਗੋਂ ਆ ਕੇ ਇੱਕ ਹੋਰ ਫਰਕ ਪੈ ਜਾਂਦਾ ਹੈ। ਇੱਕੋ ਹੀ ਸ਼ਬਦਾਵਲੀ ਜਿਹੜੀ ਹੈ ਉਹਨੂੰ ਤਿੱਖੇ ਸ਼ਬਦਾਂ 'ਚ, ਉੱਚੇ ਸ਼ਬਦਾਂ 'ਚ ਕਿਹਾ ਜਾਵੇ, ਜਾਂ ਉਸੇ ਸ਼ਬਦਾਵਲੀ ਨੂੰ ਮੱਧਮ ਸਵਰ ਦੇ ਵਿੱਚ ਕਿਹਾ ਜਾਵੇ, ਜਾਂ ਬੜਾ ਪੋਲਾ ਜਿਹਾ ਕਿਹਾ ਜਾਵੇ, ਉਹੋ ਹੀ ਸ਼ਬਦ ਬਹੁਤ ਵੱਡਾ ਫਰਕ ਪਾ ਦਿੰਦੇ ਨੇ। ਓਏ ਤੂੰ ਕਿੱਥੇ ਗਿਆ ਸੀ? ਓਏ ਤੂੰ ਕਿੱਥੇ ਗਿਆ ਸੀ? ਓਏ ਕਿੱਥੇ ਗਿਆ ਸੀ? ਉਹ ਜਿਹੜੀ ਸੀ ਲੰਬੀ ਹੋ ਗਈ ਨਾ, ਉਹਦੇ ਵਿੱਚ ਨਰਮਾਈ ਲੈ ਆਂਦੀ। ਇਸੇ ਤਰ੍ਹਾਂ ਓਨੇ ਹੀ ਸ਼ਬਦ ਬੋਲਣ ਦੇ ਢੰਗ ਦੇ ਵਿੱਚ ਬੜਾ ਵੱਡਾ ਅੰਤਰ ਪਾ ਦਿੰਦੇ ਨੇ। ਸੋ ਉਸ ਗੱਲ ਨੂੰ ਵਿਚਾਰਦੇ ਹੋਏ ਤਾਨੇ ਮਿਹਣੇ ਦੇਣੇ ਬੰਦ ਕਰੀਏ ਤੇ ਮਿੱਠੀ ਸ਼ਬਦਾਵਲੀ ਅਪਣਾਈਏ, ਚੰਗੇ ਗੁਣ ਗ੍ਰਹਿਣ ਕਰੀਏ। ਗੁਣ ਵਿਚਾਰੀ ਗੁਣ ਸੰਗ੍ਰਾਹਾ, ਅਵਗੁਣ ਕੱਢਾ ਧੋਏ। ਔਗਣ ਸਾਰੇ ਜਿਹੜੇ ਨੇ ਉਹਨਾਂ ਨੂੰ ਧੋ ਕੇ ਕੱਢ ਦਈਏ, ਗੁਣਾਂ ਨੂੰ ਵਿਚਾਰ ਕੇ ਗੁਣਾਂ ਨੂੰ ਆਪਾਂ ਅਪਣਾ ਲਈਏ, ਤਾਂ ਕਿ ਅਸੀਂ ਆਪਣੇ ਸਤਿਗੁਰੂ ਜੀ ਦੀ ਦਰਗਾਹ ਵਿੱਚ ਪ੍ਰਵਾਨ ਹੋ ਸਕੀਏ। ਜੋ ਕਹੋ ਮੁਖੋ, ਇਹ ਬੈਸੀ ਹੈ ਜਦੋਂ ਸਤਿਗੁਰੂ ਕਹੇ ਕਿ ਆ ਜਾ ਮੇਰੇ ਕੋਲ ਬਹਿ ਜਾ। ਇੰਨੇ ਗੁਣ ਧਾਰਨ ਕਰੀਏ। ਇਸ ਕਰਕੇ ਮੇਰੀ ਬੇਨਤੀ ਪ੍ਰਵਾਨ ਕਰਦੇ ਹੋਏ, ਸਾਂਝ ਕਰੀਜੈ ਗੁਣਾ ਕੇਰੀ, ਛਾੜ ਅਵਗਣ ਚੱਲਣਾ। ਇਹ ਕਰੋ, ਗੁਣ ਅਪਣਾਓ, ਔਗਣ ਛੱਡੋ, ਗੁਰੂ ਵਾਲੇ ਬਣੋ। ਸਤਿਗੁਰੂ ਕਿਰਪਾ ਕਰੇ ਤੇ ਸਾਡਾ ਜਨਮ ਮਰਨ ਦਾ ਚੱਕਰ ਸਮਾਪਤ ਹੋ ਜਾਵੇ। ਅਸੀਂ ਸੁਰਖਰੂ ਹੋ ਕੇ ਸੱਚੇ ਪਾਤਸ਼ਾਹ ਜੀ ਦੇ ਕੋਲ ਜਾਈਏ। ਇੱਥੇ ਵੀ ਸਾਨੂੰ ਖੁਸ਼ੀਆਂ ਮਿਲਣ, ਇੱਥੇ ਵੀ ਸੁਖੀ ਰਹੀਏ, ਅੱਗੇ ਵੀ ਸੁਖੀ ਰਹੀਏ। ਸਤਿਗੁਰ ਹੋਏ ਦਇਆਲ ਤਾਂ ਸਰਦਾ ਪੂਰੀ ਹੈ। ਸਤਿਗੁਰ ਹੋਏ ਦਇਆਲ ਨਾ ਕਬਹੂ ਚੂਰੀ। ਫਿਰ ਝੋਰਾ ਨਹੀਂ ਰਹਿੰਦਾ। ਸਤਿਗੁਰੂ ਨੂੰ ਖੁਸ਼ ਕਰਨ ਵਾਲੇ ਕੰਮ ਤਾਂ ਕਰੀਏ ਨਾ। ਸਤਿਗੁਰੂ ਕਾਹਦੇ ਨਾਲ ਖੁਸ਼ ਹੁੰਦਾ? ਜੇ ਗੁਰੂ ਕਾ ਬਚਨ ਮੰਨੋਗੇ। ਤੇ ਗੁਰੂ ਕਾ ਬਚਨ ਕੀ ਹੈ ਕਿ ਭਾਈ ਮਿੱਠਾ ਬੋਲੋ। ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ। ਇੱਕ ਫਿੱਕਾ ਨਾ ਗੱਲ ਆਈ, ਸਭਨਾ ਮੈਂ ਸੱਚਾ ਧਨ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰੋ ਅਤੇ ਤਿੱਖੇ ਬਚਨ, ਕੌੜੇ ਬਚਨ ਕਹਿਣੇ ਛੱਡ ਦਈਏ। ਜੇ ਆਪ ਨੂੰ ਨਹੀਂ ਪਤਾ ਲੱਗਦਾ, ਕੋਈ ਸੱਜਣ ਮਿੱਤਰ ਕਹਿੰਦਾ, ਉਹਦੀ ਗੱਲ ਮੰਨ ਕੇ ਆਪਾਂ ਵੀ ਆਖੀਏ ਠੀਕ ਹੈ ਜੀ,
ਮੈਨੂੰ ਭੁਲੇਖਾ ਲੱਗ ਗਿਆ, ਚੇਤਾ ਭੁੱਲ ਗਿਆ ਸੀ। ਵਾਰੀ ਵਾਰੀ ਜਦੋਂ ਅਭਿਆਸ ਕਰਾਂਗੇ ਆਪਣੇ ਅੰਦਰ, ਮੈਂ ਤਿੱਖਾ ਬਚਨ ਨਹੀਂ ਕਰਨਾ, ਕੌੜਾ ਨਹੀਂ ਕਰਨਾ, ਮੈਂ ਗੁੱਸੇ ਨਹੀਂ ਹੋਣਾ, ਮੈਂ, ਉਹਦੇ ਨਾਲ ਉਸੇ ਵੇਲੇ ਹੀ ਫਰਕ ਪੈਣਾ, ਇੱਕ ਇੱਕ ਕਰਕੇ ਫਰਕ ਪੈਂਦਾ ਜਾਏਗਾ। ਇਹ ਕਰੋ, ਸੱਚੇ ਪਾਤਸ਼ਾਹ ਕਿਰਪਾ ਕਰਨ। ਸਾਰੇ ਹੀ ਆਖੋ ਧੰਨ ਸਤਿਗੁਰੂ ਨਾਨਕ ਦੇਵ ਜੀ। ਫੇਰ ਆਖੋ ਧੰਨ ਸਤਿਗੁਰੂ ਗੋਬਿੰਦ ਸਿੰਘ ਜੀ। ਜਿਨੀ ਤੁਧਨੋਂ ਧੰਨ ਕਿਆ, ਜਮ ਨੇੜ ਨਾ ਆਇਆ।